ਡੀਅਰ ਸਟੂਡੈਂਟਸ, ਅੱਜ ਦੇ ਸਮੇਂ ਨੂੰ ਲੋਕਤੰਤਰ ਦਾ ਸਮਾਂ ਕਿਹਾ ਜਾਂਦਾ ਹੈ, ਜਿੱਥੇ ਦੁਨੀਆ ਦੇ ਲਗਭਗ ਹਰ ਰਾਜ ਦੇ ਵਿੱਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਲਾਗੂ ਹੋ ਚੁੱਕੀ ਹੈ, ਜਾਂ ਜਿੱਥੇ ਨਹੀਂ ਲਾਗੂ ਹੋਈ ਹੈ ਅਜੇ ਤੱਕ ਲੋਕਤੰਤਰੀ ਸ਼ਾਸਨ ਪ੍ਰਣਾਲੀ, ਉੱਥੇ ਅਸੀਂ ਅਕਸਰ ਵੇਖਦੇ ਹਾਂ ਕਿ ਬਹੁਤੇ ਰਾਜਾਂ ਦੇ ਵਿੱਚ ਬਹੁਤੇ ਗੈਰ ਲੋਕਤੰਤਰੀ ਰਾਜਾਂ ਦੇ ਵਿੱਚ ਲੋਕਤੰਤਰ ਦੀ ਬਹਾਲੀ ਲਈ ਲੋਕਾਂ ਦੁਆਰਾ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਕੁਐਸਚਨ ਦੇ ਵਿੱਚ ਅਸੀਂ ਅਧਿਐਨ ਕਰਾਂਗੇ ਕਿ ਲੋਕਤੰਤਰ ਨੂੰ ਸਭ ਤੋਂ ਵਧੀਆ ਕਿਸਮ ਦੀ ਸਰਕਾਰ ਕਿਉਂ ਕਿਹਾ ਜਾਂਦਾ ਹੈ। ਲੋਕਤੰਤਰ ਦੇ ਜਾਂ ਅਸੀਂ ਕਹਿ ਲਈਏ ਕਿ ਕਿਹੜੇ-ਕਿਹੜੇ ਗੁਣ ਹੁੰਦੇ ਹਨ ਜਿਹੜੇ ਦੂਸਰੀਆਂ ਰਾਜਨੀਤਿਕ ਪ੍ਰਣਾਲੀਆਂ ਵਿੱਚ ਨਹੀਂ ਹੁੰਦੇ। ਲੋਕਤੰਤਰ ਦਾ ਪਹਿਲਾ ਗੁਣ ਹੈ ਲੋਕਾਂ ਦੀ ਸਹਿਮਤੀ ਤੇ ਆਧਾਰਿਤ ਸ਼ਾਸਨ ਪ੍ਰਣਾਲੀ ਹੁੰਦੀ ਹੈ। ਸਰਕਾਰ ਲੋਕਾਂ ਤੇ ਠੋਸੀ ਨਹੀਂ ਜਾਂਦੀ ਲੋਕਤੰਤਰ ਦੇ ਵਿੱਚ, ਸਗੋਂ ਉਹਨਾਂ ਦੀ ਸਹਿਮਤੀ ਤੇ ਆਧਾਰਿਤ ਹੁੰਦੀ ਹੈ। ਰਾਜਨੀਤਿਕ ਸ਼ਕਤੀ ਲੋਕਾਂ ਦੇ ਹੱਥਾਂ ਵਿੱਚ ਹੁੰਦੀ ਹੈ, ਜਿਸ ਦੀ ਵਰਤੋਂ ਕਰਕੇ ਉਹ ਸਰਕਾਰ ਦੀ ਚੋਣ ਕਰਦੇ ਹਨ। ਹਰੇਕ ਵਿਅਕਤੀ ਨੂੰ ਇਸ ਵਿੱਚ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ, ਜਿਹੜਾ ਸਰਕਾਰ ਦੀ ਚੋਣ ਸਮੇਂ ਵਰਤਿਆ ਜਾਂਦਾ ਹੈ। ਸਰਕਾਰ ਵੀ ਰਾਜ ਪ੍ਰਬੰਧ ਚਲਾਉਣ ਲੱਗੇ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਕੋਈ ਇਸ ਤਰ੍ਹਾਂ ਦਾ ਕੰਮ ਨਾ ਹੋਵੇ ਜਿਹੜਾ ਲੋਕਾਂ ਦੇ ਅਗੇਂਸਟ ਹੋਵੇ, ਲੋਕਾਂ ਦੇ ਵਿਰੁੱਧ ਹੋਵੇ, ਕਿਉਂਕਿ ਜੇ ਕੋਈ ਸਰਕਾਰ ਇਸ ਤਰ੍ਹਾਂ ਦੇ ਕੰਮ ਕਰੇਗੀ ਤਾਂ ਅਗਲੀ ਟਰਮ ਦੇ ਵਿੱਚ ਲੋਕ ਉਸ ਸਰਕਾਰ ਨੂੰ ਸ਼ਾਸਨ ਕਰਨ ਦਾ ਮੌਕਾ ਨਹੀਂ ਦੇਣਗੇ, ਉਸ ਧਿਰ ਨੂੰ ਕਿਸੇ ਹੋਰ ਧਿਰ ਨੂੰ ਸ਼ਾਸਨ ਕਰਨ ਦਾ ਮੌਕਾ ਦੇਣਗੇ। ਇਸ ਲਈ ਲੋਕਤੰਤਰ ਦੀ ਪਹਿਲੀ ਵਿਸ਼ੇਸ਼ਤਾ, ਪਹਿਲੀ ਅਹਿਮੀਅਤ ਇਹ ਹੈ ਕਿ ਲੋਕਤੰਤਰ ਲੋਕਾਂ ਦੀ ਸਹਿਮਤੀ ਤੇ ਆਧਾਰਿਤ ਸਰਕਾਰ ਹੁੰਦੀ ਹੈ। ਲੋਕਤੰਤਰ ਦੀ ਦੂਸਰੀ ਵਿਸ਼ੇਸ਼ਤਾ ਹੈ ਕਿ ਲੋਕਤੰਤਰੀ ਸ਼ਾਸਨ ਪ੍ਰਣਾਲੀ ਸਮਾਨਤਾ ਦੇ ਸਿਧਾਂਤ ਤੇ ਆਧਾਰਿਤ ਹੁੰਦੀ ਹੈ। ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਹਰ ਨਾਗਰਿਕ ਦੀ ਰਾਜਨੀਤਿਕ ਸ਼ਕਤੀ ਬਰਾਬਰ ਹੁੰਦੀ ਹੈ। ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਂਦਾ ਹੈ ਅਤੇ ਵੋਟ ਦਾ ਅਧਿਕਾਰ ਬਿਨਾਂ ਕਿਸੇ ਭੇਦਭਾਵ ਦੇ ਦਿੱਤਾ ਜਾਂਦਾ ਹੈ। ਲੋਕਤੰਤਰ ਦੇ ਵਿੱਚ ਨਾ ਸਿਰਫ ਵੋਟ ਕਾਸਟ ਕਰਨ ਦਾ ਅਧਿਕਾਰ ਹੁੰਦਾ ਹੈ, ਹਰ ਵਿਅਕਤੀ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦਾ ਵੀ ਅਧਿਕਾਰ ਹੁੰਦਾ ਹੈ, ਚੋਣ ਲੜਨ ਦਾ ਅਧਿਕਾਰ ਹੁੰਦਾ ਹੈ। ਬੜੀਆਂ ਸਧਾਰਨ ਜਿਹੀਆਂ ਯੋਗਤਾਵਾਂ ਇਹਦੇ ਲਈ ਰੱਖੀਆਂ ਜਾਂਦੀਆਂ ਹਨ, ਜਿਵੇਂ ਉਸ ਦੇਸ਼ ਦਾ ਨਾਗਰਿਕ ਹੋਣਾ, ਇੱਕ ਨਿਸ਼ਚਿਤ ਉਮਰ ਪੂਰੀ ਕਰਨਾ, ਜਿਹਦੇ ਵਿੱਚ ਇਹ ਕੁਝ ਬੇਸਿਕ ਜਿਹੀਆਂ ਯੋਗਤਾਵਾਂ ਹੋਣ। ਉਹ ਹਰ ਵਿਅਕਤੀ ਹਰ ਅਹੁਦੇ ਲਈ ਚੋਣ ਵੀ ਲੜ ਸਕਦਾ ਹੈ। ਸਮਾਨਤਾ ਦੇ ਸਿਧਾਂਤ ਤੇ ਆਧਾਰਿਤ ਹੋਣ ਕਰਕੇ ਇਹ ਪ੍ਰਣਾਲੀ ਕਮਜ਼ੋਰ ਵਰਗਾਂ ਲਈ ਸਭ ਤੋਂ ਵਧੇਰੇ ਢੁਕਵੀਂ ਹੈ। ਜਿਹੜੀਆਂ ਹੋਰ ਸ਼ਾਸਨ ਪ੍ਰਣਾਲੀਆਂ ਨੇ, ਰਾਜਤੰਤਰ ਹੈ, ਕੁਲੀਨ ਤੰਤਰ ਹੈ, ਉਹਨਾਂ ਦੇ ਵਿੱਚ ਕਮਜ਼ੋਰ ਵਰਗਾਂ ਨੂੰ ਇਸ ਤਰ੍ਹਾਂ ਸਮਾਨਤਾ ਪ੍ਰਦਾਨ ਨਹੀਂ ਕੀਤੀ ਜਾਂਦੀ ਜਿਸ ਤਰ੍ਹਾਂ ਲੋਕਤੰਤਰ ਦੇ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ। ਤੀਸਰੀ ਵਿਸ਼ੇਸ਼ਤਾ ਹੈ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਕਿ ਇਸ ਵਿੱਚ ਨਾਗਰਿਕਾਂ ਨੂੰ ਰਾਜਨੀਤਿਕ ਸਿੱਖਿਆ ਪ੍ਰਾਪਤ ਹੁੰਦੀ ਰਹਿੰਦੀ ਹੈ, ਕਿਉਂਕਿ ਰਾਜਨੀਤਿਕ ਸ਼ਕਤੀ ਦਾ ਸੋਮਾ ਲੋਕ ਹੁੰਦੇ ਹਨ। ਲੋਕਾਂ ਦਾ ਸਮਰਥਨ ਪ੍ਰਾਪਤ ਕਰਨ ਲਈ ਸਾਰੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ, ਸਾਰੀਆਂ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਜਾਣਕਾਰੀ ਲੋਕਾਂ ਤੱਕ ਪਹੁੰਚਾਉਂਦੀਆਂ ਰਹਿੰਦੀਆਂ ਹਨ। ਆਪਣੇ ਚੰਗੇ ਕੰਮ, ਵਿਰੋਧੀ ਪਾਰਟੀਆਂ ਦੇ ਮਾੜੇ ਕੰਮ ਸੱਤਾ ਵਿੱਚ ਰਹਿੰਦੇ ਹੋਏ ਸਾਰੇ ਲੋਕਾਂ ਤੱਕ ਪਹੁੰਚਦੇ ਰਹਿੰਦੇ ਹਨ। ਵੱਖੋ ਵੱਖਰੇ ਪਲੇਟਫਾਰਮ ਜਿਵੇਂ ਸੋਸ਼ਲ ਮੀਡੀਆ ਦਾ, ਪ੍ਰੈਸ ਦਾ, ਸੰਚਾਰ ਇਲੈਕਟ੍ਰੋਨਿਕ ਸੰਚਾਰ ਸਾਧਨਾਂ ਦਾ, ਸਾਰੇ ਸਾਧਨ ਵਰਤ ਕੇ ਰਾਜਨੀਤਿਕ ਪਾਰਟੀਆਂ ਦੁਆਰਾ ਰਾਜਨੀਤਿਕ ਸਿੱਖਿਆ, ਰਾਜਨੀਤਿਕ ਜਾਣਕਾਰੀ ਨਾਗਰਿਕਾਂ ਤੱਕ ਪਹੁੰਚਾਈ ਜਾਂਦੀ ਹੈ। ਇਸ ਨਾਲ ਨਾਗਰਿਕਾਂ ਨੂੰ ਰਾਜਨੀਤਿਕ ਸਿੱਖਿਆ ਪ੍ਰਾਪਤ ਹੁੰਦੀ ਰਹਿੰਦੀ ਹੈ। ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਸਾਡੀ ਰਾਜਨੀਤਿਕ ਪ੍ਰਣਾਲੀ ਕਿਸ ਤਰ੍ਹਾਂ ਕਾਰਜ ਕਰ ਰਹੀ ਹੈ, ਕਿਹੜੀਆਂ ਇਹਦੇ ਵਿੱਚ ਕਮੀਆਂ ਪੇਸ਼ੀਆਂ ਹਨ, ਕਿਹੜੀ ਧਿਰ ਨੇ ਰਾਜਨੀਤਿਕ ਸ਼ਕਤੀ ਦੀ ਵਰਤੋਂ ਕਰਦੇ ਹੋਏ ਕਿਹੜੀ ਗਲਤੀ ਕੀਤੀ ਹੈ। ਇਸ ਤਰ੍ਹਾਂ ਰਾਜਨੀਤਿਕ ਸਿੱਖਿਆ ਦਾ ਮੌਕਾ ਜੋ ਲੋਕਤੰਤਰ ਦੇ ਵਿੱਚ ਮਿਲਦਾ ਹੈ ਨਾਗਰਿਕਾਂ ਨੂੰ, ਉਹ ਕਿਸੇ ਹੋਰ ਰਾਜਨੀਤਿਕ ਪ੍ਰਣਾਲੀ ਵਿੱਚ ਨਹੀਂ ਮਿਲਦਾ। ਲੋਕਤੰਤਰ ਦੀ ਚੌਥੀ ਵਿਸ਼ੇਸ਼ਤਾ ਹੈ ਕਿ ਸ਼ਾਸਕ ਬਣ ਸਕਦੇ ਹਨ। ਦੀ ਰੂਲਡ ਕੈਨ ਬਿਕਮ ਦੀ ਰੂਲਰਸ, ਕਿਉਂਕਿ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਸ਼ਾਸਕਾਂ ਦੀ ਕੋਈ ਵੱਖਰੀ ਕਲਾਸ ਨਹੀਂ ਹੁੰਦੀ, ਕੋਈ ਵੱਖਰਾ ਘਰਾਣਾ ਨਹੀਂ ਹੁੰਦਾ। ਸਾਰੇ ਲੋਕ ਨੇ ਜਿਹੜੇ ਉਹ ਸ਼ਾਸਕ ਬਣ ਸਕਦੇ ਹਨ। ਕੋਈ ਵੀ ਵਿਅਕਤੀ ਰਾਜਨੀਤੀ ਵਿੱਚ ਭਾਗ ਲੈ ਸਕਦਾ ਹੈ ਜੇਕਰ ਉਸ ਵਿਅਕਤੀ ਦਾ ਕੰਮ, ਉਸ ਵਿਅਕਤੀ ਦਾ ਵਿਅਕਤੀਤਵ, ਉਸ ਵਿਅਕਤੀ ਦਾ ਕਰੈਕਟਰ, ਉਸ ਵਿਅਕਤੀ ਦੀ ਵਿਚਾਰਧਾਰਾ ਲੋਕਾਂ ਦੇ ਪਸੰਦ ਹੋਵੇ ਤਾਂ ਲੋਕ ਉਸ ਨੂੰ ਕਿਸੇ ਵੀ ਅਹੁਦੇ ਤੱਕ ਉੱਪਰ ਚੁੱਕ ਸਕਦੇ ਹਨ। ਭਾਰਤ ਦੇ ਵਿੱਚ ਲੋਕਤੰਤਰ ਦੀ ਸਥਾਪਤੀ ਤੋਂ ਬਾਅਦ ਕਿੰਨੇ ਹੀ ਜਿਹੜੇ ਆਮ ਘਰਾਂ ਦੇ ਵਿੱਚ ਜਨਮ ਲਏ ਹੋਏ ਬੱਚੇ ਨੇ, ਉਹ ਵੱਡੇ ਸਾਡੇ ਅਹੁਦਿਆਂ ਤੇ ਪਹੁੰਚੇ ਹਨ। ਰਾਜਾਂ ਦੇ ਵਿੱਚ ਮੁੱਖ ਮੰਤਰੀ, ਰਾਜਪਾਲ, ਕੇਂਦਰ ਦੇ ਵਿੱਚ ਮੰਤਰੀ, ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਦੇ ਅਹੁਦਿਆਂ ਤੱਕ ਪਹੁੰਚੇ ਹਨ। ਸ਼ਾਸਿਤਾਂ ਦੇ ਸ਼ਾਸਕ ਬਣਨ ਦੀਆਂ ਹਜ਼ਾਰਾਂ ਲੱਖਾਂ ਹੀ ਉਦਾਹਰਨਾਂ ਸਾਨੂੰ ਲੋਕਤੰਤਰੀ ਸ਼ਾਸਨ ਪ੍ਰਣਾਲੀਆਂ ਦੇ ਵਿੱਚ ਮਿਲਦੀਆਂ ਹਨ। ਇੱਥੇ ਉਦਾਹਰਨ ਦੇ ਲਈ ਅਸੀਂ ਦੋ ਕੁ ਵਿਅਕਤੀਆਂ ਦੇ ਨਾਮਾਂ ਦੀ ਚਰਚਾ ਕਰਾਂਗੇ। ਭਾਰਤ ਦੇ ਵਿੱਚ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ ਡਾਕਟਰ ਕਲਾਮ, ਅਤੇ ਅਮਰੀਕਾ ਦੇ ਵਿੱਚ ਸਰਵਉੱਚ ਅਹੁਦੇ ਰਾਸ਼ਟਰਪਤੀ ਤੱਕ ਪਹੁੰਚੇ ਅਬਰਾਹਮ ਲਿੰਕਨ। ਇਹ ਇਸ ਤਰ੍ਹਾਂ ਦੇ ਵਿਅਕਤੀ ਨੇ ਜਿਨ੍ਹਾਂ ਨੇ ਆਮ ਜ਼ਿੰਦਗੀ
ਹੰਢਾਈ, ਜਿਨ੍ਹਾਂ ਨੇ ਆਮ ਘਰਾਂ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ, ਪਰੰਤੂ ਉਹ ਆਪੋ ਆਪਣੇ ਦੇਸ਼ ਦੇ ਸਰਵ ਉੱਚ ਅਹੁਦਿਆਂ ਤੱਕ ਪਹੁੰਚੇ। ਇਹ ਕੇਵਲ ਲੋਕਤੰਤਰ ਵਿੱਚ ਹੀ ਸੰਭਵ ਹੈ, ਕਿਸੇ ਹੋਰ ਸ਼ਾਸਨ ਪ੍ਰਣਾਲੀ ਵਿੱਚ ਪੋਸੀਬਲ ਨਹੀਂ ਹੈ। ਪੰਜਵਾਂ ਗੁਣ ਹੈ ਲੋਕਤੰਤਰ ਦਾ ਕਿ ਲੋਕਤੰਤਰ ਦੇ ਵਿੱਚ ਕ੍ਰਾਂਤੀ ਦਾ ਕੋਈ ਡਰ ਨਹੀਂ ਹੁੰਦਾ, ਕਿਉਂਕਿ ਕ੍ਰਾਂਤੀ ਰਾਜਨੀਤਿਕ ਪ੍ਰਣਾਲੀ ਦੇ ਜੀਵਨ ਵਿੱਚ ਸਭ ਤੋਂ ਖਤਰਨਾਕ ਬਿਮਾਰੀ ਹੁੰਦੀ ਹੈ। ਰਾਜਨੀਤੀ ਸ਼ਾਸਤਰ ਦੇ ਪਿਤਾਮਾ ਅਰਿਸਟੋਟਲ ਨੇ ਕ੍ਰਾਂਤੀ ਨੂੰ ਸਭ ਤੋਂ ਖਤਰਨਾਕ ਬਿਮਾਰੀ ਮੰਨਿਆ ਹੈ ਰਾਜਨੀਤਿਕ ਜੀਵਨ ਦੀ, ਕਿਉਂਕਿ ਕ੍ਰਾਂਤੀ ਦੇ ਨਾਲ ਰਾਜਨੀਤਿਕ ਜੀਵਨ ਦੇ ਵਿੱਚ, ਸਮਾਜਿਕ ਜੀਵਨ ਦੇ ਵਿੱਚ ਉਥਲ-ਪੁਥਲ ਮਚ ਜਾਂਦੀ ਹੈ, ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਕ੍ਰਾਂਤੀ ਆਮ ਕਰਕੇ ਰਾਜ ਪ੍ਰਬੰਧ ਨੂੰ ਬਦਲਣ ਲਈ ਲਿਆਂਦੀ ਜਾਂਦੀ ਹੈ, ਪਰੰਤੂ ਲੋਕਤੰਤਰ ਦੇ ਵਿੱਚ ਰਾਜ ਪ੍ਰਬੰਧ, ਸ਼ਾਸਨ ਪ੍ਰਬੰਧ ਵੋਟਾਂ ਦੇ ਨਾਲ ਹੀ ਬਦਲਿਆ ਜਾ ਸਕਦਾ ਹੈ। ਇਸ ਲਈ ਲੋਕਤੰਤਰ ਦੇ ਵਿੱਚ ਕਿਸੇ ਕ੍ਰਾਂਤੀ ਦੀ ਜ਼ਰੂਰਤ ਨਹੀਂ ਪੈਂਦੀ, ਨਾ ਹੀ ਆਮ ਕਰਕੇ ਲੋਕਤੰਤਰ ਦੇ ਵਿੱਚ ਕ੍ਰਾਂਤੀ ਦੀ ਘਟਨਾ ਵਾਪਰਦੀ ਹੈ। ਛੇਵੀਂ ਵਿਸ਼ੇਸ਼ਤਾ ਹੈ ਲੋਕਤੰਤਰ ਦੀ ਕਾਨੂੰਨਾਂ ਦੀ ਵਧੇਰੇ ਆਗਿਆਕਾਰਤਾ। ਲੋਕਤੰਤਰ ਵਿੱਚ ਕਾਨੂੰਨਾਂ ਦਾ ਨਿਰਮਾਣ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਕਰਦੇ ਹਨ। ਇਸ ਲਈ ਕਾਨੂੰਨ ਬਣਾਉਣ ਵੇਲੇ ਉਹ ਜਨਹਿਤ ਦਾ ਪੂਰਾ ਧਿਆਨ ਰੱਖਦੇ ਹਨ। ਕਾਨੂੰਨ ਕਿਤੋਂ ਉੱਪਰੋਂ ਨਹੀਂ ਬਣਾ ਕੇ ਠੋਸੇ ਜਾਂਦੇ ਲੋਕਾਂ ਦੇ ਆਪਣੇ ਰਿਪਰੈਜ਼ੈਂਟੇਟਿਵ ਹੀ ਕਾਨੂੰਨ ਬਣਾਉਣ ਦੇ ਵਿੱਚ ਭਾਗ ਲੈਂਦੇ ਹਨ। ਲੋਕਾਂ ਨੂੰ ਵੀ ਇਹ ਸ਼ਿਕਵਾ ਨਹੀਂ ਹੁੰਦਾ ਕਿ ਬਾਹਰੋਂ ਕੋਈ ਕਾਨੂੰਨ ਸਾਡੇ ਤੇ ਬਣਾ ਕੇ ਧੱਕੇ ਨਾਲ ਠੋਸਿਆ ਜਾ ਰਿਹਾ ਹੈ। ਆਪਣੇ ਰਿਪਰੈਜ਼ੈਂਟੇਟਿਵ ਦੁਆਰਾ ਬਣਾਇਆ ਗਿਆ ਕਾਨੂੰਨ ਲੋਕਾਂ ਲਈ ਜ਼ਿਆਦਾ ਭਰੋਸੇਮੰਦ ਹੁੰਦਾ ਹੈ। ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਸ ਵਿੱਚ ਸਾਡਾ ਹੀ ਭਲਾ ਹੋਵੇਗਾ, ਕਿਉਂਕਿ ਸਾਡੇ ਹੀ ਪ੍ਰਤੀਨਿਧਾਂ ਨੇ ਮਿਲ ਕੇ ਇਸ ਕਾਨੂੰਨ ਦਾ ਨਿਰਮਾਣ ਕੀਤਾ ਹੈ। ਇਸ ਲਈ ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਕਾਨੂੰਨਾਂ ਦੀ ਆਗਿਆਕਾਰਤਾ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਜਿਹੜੇ ਪੁਰਾਣੇ ਇਸਟੈਬਲਿਸ਼ਡ ਲੋਕਤੰਤਰ ਨੇ, ਉਹਨਾਂ ਦੇ ਵਿੱਚ ਕਾਨੂੰਨਾਂ ਦੀ ਪਾਲਣਾ ਹੈ ਜਿਹੜੀ ਆਮ ਜਨਤਾ ਦੁਆਰਾ, ਉਹ ਆਪਣੇ ਆਪ ਦੇ ਵਿੱਚ ਇੱਕ ਐਗਜ਼ਾਮਪਲ ਹੈ, ਜਿਹੜੀ ਕਿਸੇ ਵੀ ਸ਼ਕਤੀ ਦੀ ਵਰਤੋਂ ਕਰਕੇ ਰਾਜਤੰਤਰ ਦੇ ਵਿੱਚ ਜਾਂ ਕਿਸੇ ਸੈਨਿਕ ਤਾਨਾਸ਼ਾਹੀ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਸੱਤਵੀਂ ਵਿਸ਼ੇਸ਼ਤਾ ਹੈ ਲੋਕਤੰਤਰ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ ਲੋਕਤੰਤਰ, ਕਿਉਂਕਿ ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਲੋਕਾਂ ਨੂੰ ਸ਼ਾਸਨ ਪ੍ਰਬੰਧ ਦੇ ਵਿੱਚ ਆਪਣੀ ਹਿੱਸੇਦਾਰੀ ਦਾ ਅਹਿਸਾਸ ਹੁੰਦਾ ਹੈ ਕਿ ਇਹ ਰਾਜ ਪ੍ਰਬੰਧ, ਇਹ ਸ਼ਾਸਨ ਪ੍ਰਬੰਧ ਸਾਡਾ ਆਪਣਾ ਹੈ, ਇਹ ਸਰਕਾਰ ਸਾਡੀ ਆਪਣੀ ਚੁਣੀ ਹੋਈ ਹੈ, ਇਹ ਪ੍ਰਤੀਨਿਧੀ ਸਾਡੇ ਆਪਣੇ ਚੁਣੇ ਹੋਏ ਹਨ। ਸਰਕਾਰ ਦੀ ਕੋਈ ਵੀ ਗਤੀਵਿਧੀ ਜੇਕਰ ਜਨ ਵਿਰੋਧੀ ਹੋਵੇ ਤਾਂ ਲੋਕ ਇਸ ਦਾ ਵਿਰੋਧ ਕਰ ਸਕਦੇ ਹਨ, ਕਿਉਂਕਿ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਇਹ ਅਧਿਕਾਰ ਹੁੰਦਾ ਹੈ। ਜੇ ਨਹੀਂ ਉਹਨਾਂ ਦੀ ਸਮੱਸਿਆ ਦਾ ਹੱਲ ਹੁੰਦਾ ਤਾਂ ਉਹ ਨਿਆਂਪਾਲਿਕਾ ਦੀ ਸ਼ਰਨ ਲੈ ਸਕਦੇ ਹਨ। ਨਿਆਂਪਾਲਿਕਾ ਦੀ ਸ਼ਰਨ ਲੈ ਕੇ ਸਰਕਾਰ ਨੂੰ ਕੋਈ ਵੀ ਜਨ ਵਿਰੋਧੀ ਗਤੀਵਿਧੀ ਕਰਨ ਤੋਂ ਰੋਕ ਸਕਦੇ ਹਨ। ਇਸ ਲਈ ਲੋਕਤੰਤਰ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਸ਼ਾਸਨ ਪ੍ਰਣਾਲੀ ਪ੍ਰਤੀ ਉਹ ਓਪਰਾਪਣ ਨਹੀਂ ਹੁੰਦਾ ਜਿਹੜਾ ਕਿ ਕਿਸੇ ਹੋਰ ਸ਼ਾਸਨ ਪ੍ਰਣਾਲੀ ਵਿੱਚ ਹੁੰਦਾ ਹੈ। ਇਹ ਆਪਣੇਪਣ ਦਾ ਅਹਿਸਾਸ ਹੈ ਜੋ ਲੋਕਤੰਤਰ ਦੇ ਵਿੱਚ ਉਹ ਨਾਗਰਿਕਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। 8ਵੀਂ ਵਿਸ਼ੇਸ਼ਤਾ ਹੈ ਲੋਕਤੰਤਰ ਦੀ ਕਿ ਨਾਗਰਿਕਾਂ ਦੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਜ਼ਿਆਦਾ ਪਾਈ ਜਾਂਦੀ ਹੈ। ਜਿਸ ਰਾਜ ਦੇ ਨਾਗਰਿਕਾਂ ਵਿੱਚ ਆਪਣੇ ਰਾਜ ਪ੍ਰਤੀ ਆਪਣੇਪਨ ਦੀ ਭਾਵਨਾ ਹੋਵੇ, ਦੇਸ਼ ਭਗਤੀ ਦਾ ਜਜ਼ਬਾ ਹੋਵੇ, ਉਸ ਰਾਜ ਦੇ ਨਾਗਰਿਕਾਂ ਦੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਦਾ ਜ਼ਿਆਦਾ ਮਜ਼ਬੂਤ ਹੋਣਾ ਇੱਕ ਕੁਦਰਤੀ ਗੱਲ ਹੈ। ਜਿਹੜੇ ਰਾਜਾਂ ਦੇ ਵਿੱਚ ਲੋਕਤੰਤਰ ਨੂੰ ਸਥਾਪਿਤ ਹੋਇਆ ਕਈ ਸਦੀਆਂ ਹੋ ਗਈਆਂ ਹਨ, ਕਾਫੀ ਸਮਾਂ ਬੀਤ ਗਿਆ ਹੈ, ਉੱਥੇ ਲੋਕਤੰਤਰ ਨਾ ਸਿਰਫ ਉਹਨਾਂ ਦੀ ਰਾਜਨੀਤਿਕ ਜੀਵਨ ਦਾ ਬਲਕਿ ਉਹਨਾਂ ਦੀ ਜੀਵਨ ਸ਼ੈਲੀ ਦਾ ਹੀ ਭਾਗ ਬਣ ਗਿਆ ਹੈ। ਅਜਿਹੇ ਰਾਜਾਂ ਦੇ ਵਿੱਚ ਆਮ ਨਾਗਰਿਕਾਂ ਦੁਆਰਾ ਕਾਨੂੰਨਾਂ ਦੀ ਪਾਲਣਾ ਜ਼ਿੰਮੇਵਾਰੀ ਨਾਲ ਕੀਤੀ ਜਾਂਦੀ ਹੈ, ਟੈਕਸਾਂ ਦੀ ਅਦਾਇਗੀ ਜ਼ਿੰਮੇਵਾਰੀ ਨਾਲ, ਇਮਾਨਦਾਰੀ ਨਾਲ ਕੀਤੀ ਜਾਂਦੀ ਹੈ ਅਤੇ ਆਮ ਨਾਗਰਿਕ ਨੇ ਜਿਹੜੇ ਉਹ ਸਰਕਾਰ ਦਾ ਸਮਰਥਨ ਕਰਦੇ ਹਨ ਕਿ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਲੋਕ ਸਰਕਾਰ ਦਾ ਸਮਰਥਨ ਕਰਦੇ ਹੋਏ ਸਰਕਾਰ ਨੂੰ ਇਸ ਦੀ ਜਾਣਕਾਰੀ ਪ੍ਰਦਾਨ ਕਰਦੇ ਹਨ, ਸਰਕਾਰੀ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹ ਇਸੇ ਕਾਰਨ ਹੈ ਕਿਉਂਕਿ ਲੋਕਤੰਤਰ ਹੋਣ ਕਰਕੇ, ਸ਼ਾਸਨ ਪ੍ਰਣਾਲੀ ਪ੍ਰਤੀ ਆਪਣਾਪਣ ਹੋਣ ਕਰਕੇ ਨਾਗਰਿਕਾਂ ਦੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਵਧੇਰੇ ਹੁੰਦੀ ਹੈ। ਲੋਕਤੰਤਰ ਹੀ ਇੱਕ ਇਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਹੈ ਜਿੱਥੇ ਇਮਾਨਦਾਰੀ ਨਾਲ ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਵਿਵਸਥਾ ਕੀਤੀ ਜਾਂਦੀ ਹੈ। ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਸੁਰੱਖਿਆ ਲਈ ਲੋਕਤੰਤਰੀ ਸ਼ਾਸਨ ਪ੍ਰਣਾਲੀ ਤੋਂ ਵਧੀਆ ਸ਼ਾਸਨ ਪ੍ਰਣਾਲੀ ਹੋਰ ਕੋਈ ਨਹੀਂ ਹੋ ਸਕਦੀ। ਹਰ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਨਾਗਰਿਕਾਂ ਨੂੰ ਕੁਝ ਅਧਿਕਾਰ ਪ੍ਰਦਾਨ ਕੀਤੇ ਜਾਂਦੇ ਹਨ। ਬਹੁਤੀਆਂ ਲੋਕਤੰਤਰੀ ਸ਼ਾਸਨ ਪ੍ਰਣਾਲੀਆਂ ਦੇ ਵਿੱਚ ਤਾਂ ਇਹ ਅਧਿਕਾਰ ਦੇਸ਼ ਦੇ ਸਰਵ ਉੱਚ ਕਾਨੂੰਨ ਭਾਵ ਸੰਵਿਧਾਨ ਦੇ ਵਿੱਚ ਦਰਜ ਕੀਤੇ ਜਾਂਦੇ ਹਨ ਅਤੇ ਫਿਰ ਇਹਨਾਂ ਅਧਿਕਾਰਾਂ ਦੀ ਸੁਰੱਖਿਆ ਲਈ ਵੀ ਬੰਦੋਬਸਤ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ ਫਿਰ ਨਾਗਰਿਕ ਕੀ ਕਰ ਸਕਦੇ ਹਨ। ਜੇਕਰ ਕੋਈ ਸਰਕਾਰ ਮਨਮਾਨੀ ਕਰਕੇ ਆਪਣੀ ਮਰਜ਼ੀ ਦੇ ਤਰੀਕੇ ਨਾਲ ਇਹਨਾਂ ਅਧਿਕਾਰਾਂ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰਦੀ ਹੈ
ਤਾਂ ਲੋਕਾਂ ਨੂੰ ਇਸ ਦੀ ਵਿਰੋਧਤਾ ਕਰਨ ਦਾ ਵੀ ਅਧਿਕਾਰ ਹੁੰਦਾ ਹੈ ਅਤੇ ਜਿਹੜੀਆਂ ਕਨਸਟੀਟਿਊਸ਼ਨਲ ਰੈਮਡੀਜ਼ ਪ੍ਰੋਵਾਈਡ ਕੀਤੀਆਂ ਹੁੰਦੀਆਂ ਹਨ ਸੰਵਿਧਾਨ ਦੇ ਵਿੱਚ, ਉਹਨਾਂ ਦੀ ਵਰਤੋਂ ਕਰਕੇ ਅਦਾਲਤ ਦੀ ਸ਼ਰਨ ਲੈਣ ਦਾ ਵੀ ਅਧਿਕਾਰ ਹੁੰਦਾ ਹੈ। ਜੇਕਰ ਕੋਈ ਸਰਕਾਰ ਲਗਾਤਾਰ ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਅਵਹੇਲਨਾ ਕਰਦੀ ਰਹੇ, ਉਲੰਘਣਾ ਕਰਦੀ ਰਹੇ, ਉਸ ਦਾ ਘਾਣ ਕਰਦੀ ਰਹੇ, ਤਾਂ ਐਸੀ ਸਰਕਾਰ ਨੂੰ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਸਕਦੇ ਹਨ ਵੋਟਾਂ ਰਾਹੀਂ। ਇਸ ਤਰ੍ਹਾਂ ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਸੁਰੱਖਿਆ ਦੀ ਜੋ ਗਰੰਟੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਹੁੰਦੀ ਹੈ, ਉਹ ਕਿਸੇ ਹੋਰ ਸ਼ਾਸਨ ਪ੍ਰਣਾਲੀ ਵਿੱਚ ਨਹੀਂ ਹੋ ਸਕਦੀ। ਲੋਕਤੰਤਰ ਦੀ ਇੱਕ ਬਹੁਤ ਮਹੱਤਵਪੂਰਨ ਵਿਸ਼ੇਸ਼ਤਾ ਹੈ ਸਰਕਾਰ ਦੀ ਉੱਤਰਦਾਇਕਤਾ। ਲੋਕਤੰਤਰੀ ਸਰਕਾਰ ਮਨਮਰਜ਼ੀ ਦੀ ਸਰਕਾਰ ਨਹੀਂ ਹੁੰਦੀ, ਮਨਮਰਜ਼ੀ ਦਾ ਸ਼ਾਸਨ ਪ੍ਰਬੰਧ ਨਹੀਂ ਕਰ ਸਕਦੀ। ਲੋਕਤੰਤਰੀ ਸਰਕਾਰ ਉੱਤਰਦਾਈ ਸਰਕਾਰ ਹੁੰਦੀ ਹੈ, ਕਿਉਂਕਿ ਰਾਜਨੀਤਿਕ ਸ਼ਕਤੀ ਦਾ ਸੋਮਾ ਲੋਕ ਹੁੰਦੇ ਹਨ। ਇਸ ਲਈ ਸਰਕਾਰ ਲੋਕਾਂ ਪ੍ਰਤੀ ਹੀ ਉੱਤਰਦਾਈ ਹੁੰਦੀ ਹੈ। ਸਰਕਾਰ ਇਹ ਮੰਨ ਕੇ ਚੱਲਦੀ ਹੈ ਕਿ ਸਾਡੇ ਕੋਲ ਜੋ ਰਾਜਨੀਤਿਕ ਸ਼ਕਤੀ ਹੈ, ਅਸੀਂ ਇਹ ਲੋਕਾਂ ਤੋਂ ਪ੍ਰਾਪਤ ਕੀਤੀ ਹੈ। ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਇਹ ਉੱਤਰਦਾਇਕਤਾ ਰੋਜ਼ਾਨਾ ਦੀ ਹੁੰਦੀ ਹੈ, ਭਾਵ ਸ਼ਾਸਨ ਦੇ ਪ੍ਰਬੰਧਕ ਨੇ ਜਿਹੜੇ, ਸ਼ਾਸਨ ਚਲਾਉਣ ਵਾਲੇ ਨੇ, ਮਿਨਿਸਟਰ ਨੇ ਜਿਹੜੇ, ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਹਰ ਰੋਜ਼ ਉੱਤਰਦਾਈ ਹੁੰਦੇ ਹਨ, ਕਿਉਂਕਿ ਮੰਤਰੀ ਆਪ ਸੰਸਦ ਦੇ ਮੈਂਬਰ ਹੁੰਦੇ ਹਨ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੀ ਸੰਸਦ ਦੇ ਵਿੱਚ ਬੈਠਦੇ ਹਨ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਵਾਲ ਪੁੱਛਦੇ ਹਨ। ਸ਼ਾਸਨ ਪ੍ਰਣਾਲੀ ਸੰਬੰਧੀ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਹੈ। ਇਸ ਤਰ੍ਹਾਂ ਲੋਕਤੰਤਰ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਇਹ ਉੱਤਰਦਾਇਕਤਾ ਰੋਜ਼ਾਨਾ ਦੀ ਹੁੰਦੀ ਹੈ ਅਤੇ ਪ੍ਰਧਾਨਗੀ ਪ੍ਰਣਾਲੀ ਵਿੱਚ ਇਹ ਉੱਤਰਦਾਇਕਤਾ ਰੋਜ਼ਾਨਾ ਦੀ ਨਹੀਂ ਹੁੰਦੀ, ਇਹ ਵਨ ਟਾਈਮ ਹੁੰਦੀ ਹੈ। ਜਿਵੇਂ ਰਾਸ਼ਟਰਪਤੀ ਅਮਰੀਕਾ ਦਾ 4 ਸਾਲ ਲਈ ਚੁਣਿਆ ਜਾਂਦਾ ਹੈ, 4 ਸਾਲ ਤੋਂ ਬਾਅਦ ਫਿਰ ਜਨਤਾ ਕੋਲ ਜਾਂਦਾ ਹੈ, ਚਾਹੇ ਆਪ ਇਲੈਕਸ਼ਨ ਲੜੇ, ਚਾਹੇ ਆਪਣੀ ਪਾਰਟੀ ਦੇ ਕਿਸੇ ਹੋਰ ਕੈਂਡੀਡੇਟ ਦੇ ਸਮਰਥਨ ਤੇ ਜਾਵੇ। ਜੇ ਰਾਸ਼ਟਰਪਤੀ ਨੇ ਚੰਗੇ ਕੰਮ ਕੀਤੇ ਹੋਣਗੇ ਤਾਂ ਅਗਲੀ ਵਾਰੀ ਲੋਕ ਉਸ ਰਾਸ਼ਟਰਪਤੀ ਨੂੰ ਜਾਂ ਉਸ ਦੀ ਪਾਰਟੀ ਨੂੰ ਫਿਰ ਮੌਕਾ ਦਿੰਦੇ ਹਨ, ਨਹੀਂ ਤਾਂ ਉਸ ਰਾਸ਼ਟਰਪਤੀ ਨੂੰ ਲੋਕ ਨਕਾਰ ਦਿੰਦੇ ਹਨ। ਇਸ ਤਰ੍ਹਾਂ ਚਾਹੇ ਪ੍ਰਧਾਨਗੀ ਪ੍ਰਣਾਲੀ ਆ ਤੇ ਭਾਵੇਂ ਰਾਸ਼ਟਰਪਤੀ ਪ੍ਰਣਾਲੀ ਆ, ਲੋਕਤੰਤਰੀ ਸ਼ਾਸਨ ਪ੍ਰਣਾਲੀ ਉੱਤਰਦਾਈ ਸ਼ਾਸਨ ਪ੍ਰਣਾਲੀ ਹੁੰਦੀ ਹੈ, ਉੱਤਰਦਾਈ ਸਰਕਾਰ ਦੀ ਵਿਵਸਥਾ ਕਰਦੀ ਹੈ। ਲੋਕਤੰਤਰੀ ਸ਼ਾਸਨ ਪ੍ਰਣਾਲੀ ਦੇ ਵਿੱਚ ਸੱਤਾ ਤਬਦੀਲੀ ਸ਼ਾਂਤਮਈ ਹੁੰਦੀ ਹੈ। ਜੇਕਰ ਲੋਕਾਂ ਨੂੰ ਕਿਸੇ ਸਰਕਾਰ ਦੀ ਕਾਰਜਸ਼ੀਲਤਾ ਤੇ ਭਰੋਸਾ ਨਹੀਂ ਹੁੰਦਾ, ਤਸੱਲੀ ਨਹੀਂ ਹੁੰਦੀ, ਤਾਂ ਉਹ ਅਗਲੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਬਦਲ ਵੀ ਸਕਦੇ ਹਨ। ਜਦੋਂ ਇੱਕ ਸਰਕਾਰ ਬਦਲਦੀ ਹੈ ਲੋਕਤੰਤਰ ਦੇ ਵਿੱਚ, ਤਾਂ ਕੋਈ ਖੂਨ ਖਰਾਬਾ ਨਹੀਂ ਹੁੰਦਾ। ਇਹ ਪ੍ਰੋਸੈਸ ਹੈ ਜਿਹੜਾ ਟ੍ਰਾਂਸਫਰ ਆਫ ਪਾਵਰ ਦਾ, ਉਹ ਬੜਾ ਪੀਸਫੁਲ ਹੁੰਦਾ ਹੈ। ਬਹੁਤੇ ਕੇਸਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਿਹੜਾ ਅਹੁਦਾ ਛੱਡ ਕੇ ਜਾ ਰਿਹਾ ਅਧਿਕਾਰੀ ਹੈ, ਚਾਹੇ ਪ੍ਰਧਾਨ ਮੰਤਰੀ ਹੋਵੇ, ਭਾਵੇਂ ਉਹ ਰਾਸ਼ਟਰਪਤੀ ਹੋਵੇ, ਉਹ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੂੰ ਮੁਬਾਰਕਬਾਦ ਦਿੰਦਾ ਹੈ ਅਤੇ ਸ਼ਕਤੀ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਸੰਬੰਧੀ ਉਸ ਨੂੰ ਸਲਾਹ ਦਿੰਦਾ ਹੈ ਕਿ ਜਨਹਿਤ ਦੇ ਵਿੱਚ ਹਮੇਸ਼ਾ ਸ਼ਕਤੀ ਦੀ ਵਰਤੋਂ ਕੀਤੀ ਜਾਵੇ। ਇਸ ਤਰ੍ਹਾਂ ਵਧਾਈ ਅਤੇ ਉਪਦੇਸ਼ ਦੇਣ ਤੋਂ ਬਾਅਦ ਉਹ ਆਪਣੀ ਜੋ ਰਾਜਨੀਤਿਕ ਸ਼ਕਤੀ ਹੈ ਉਸ ਦਾ ਚਾਰਜ ਨਵੇਂ ਚੁਣੇ ਗਏ ਵਿਅਕਤੀ ਨੂੰ ਸੌਂਪ ਦਿੰਦਾ ਹੈ। ਜਿਸ ਤਰ੍ਹਾਂ ਹੋਰ ਰਾਜ ਪ੍ਰਬੰਧਾਂ ਦੇ ਵਿੱਚ, ਰਾਜਤੰਤਰ ਦੇ ਵਿੱਚ ਜਾਂ ਤਾਨਾਸ਼ਾਹੀ ਦੇ ਵਿੱਚ ਸੱਤਾ ਤਬਦੀਲੀ ਖੂਨ ਖਰਾਬੇ ਨਾਲ ਭਰੀ ਹੁੰਦੀ ਹੈ, ਉਸ ਤਰ੍ਹਾਂ ਲੋਕਤੰਤਰ ਦੇ ਵਿੱਚ ਨਹੀਂ ਹੁੰਦਾ। ਲੋਕਤੰਤਰ ਦੇ ਵਿੱਚ ਸੱਤਾ ਤਬਦੀਲੀ ਵੀ ਬੜੇ ਸ਼ਾਂਤਮਈ ਤਰੀਕੇ ਨਾਲ ਹੁੰਦੀ ਹੈ। ਲੋਕਤੰਤਰ ਦੇ ਵਿੱਚ ਕਾਨੂੰਨ ਸਾਜ਼ੀ ਅਤੇ ਸ਼ਾਸਨ ਪ੍ਰਬੰਧ ਚਲਾਉਣ ਦਾ ਉਦੇਸ਼ ਜਨ ਕਲਿਆਣ ਹੁੰਦਾ ਹੈ, ਕਿਉਂਕਿ ਰਾਜਨੀਤਿਕ ਸ਼ਕਤੀ ਲੋਕਾਂ ਕੋਲ ਹੁੰਦੀ ਹੈ। ਲੋਕਤੰਤਰ ਦੇ ਵਿੱਚ ਵਿਧਾਨਕਾਰ ਭਾਵ ਕਾਨੂੰਨ ਬਣਾਉਣ ਵਾਲੇ ਅਤੇ ਕਾਰਜਪਾਲਿਕਾ ਦੋਵੇਂ ਹੀ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਇਸ ਕਰਕੇ ਨਾ ਤਾਂ ਕੋਈ ਵਿਧਾਨਕਾਰ ਇਸ ਤਰ੍ਹਾਂ ਦਾ ਕਾਨੂੰਨ ਬਣਾ ਸਕਦੇ ਹਨ ਜਿਹੜਾ ਜਨ ਵਿਰੋਧੀ ਹੋਵੇ, ਅਤੇ ਨਾ ਹੀ ਉਸ ਨੂੰ ਕਾਰਜਪਾਲਿਕਾ ਇਸ ਤਰੀਕੇ ਨਾਲ ਲਾਗੂ ਕਰ ਸਕਦੀ ਹੈ ਜਿਹੜਾ ਲੋਕਾਂ ਲਈ ਖਤਰਨਾਕ ਹੋਵੇ, ਲੋਕਾਂ ਦੇ ਅਧਿਕਾਰਾਂ ਸੁਤੰਤਰਤਾਵਾਂ ਲਈ ਖਤਰਨਾਕ ਹੋਵੇ। ਇਸ ਤਰ੍ਹਾਂ ਲੋਕਤੰਤਰ ਦੇ ਵਿੱਚ ਕਾਨੂੰਨਾਂ ਦਾ ਉਦੇਸ਼ ਵੀ ਜਨ ਕਲਿਆਣ ਹੁੰਦਾ ਹੈ ਅਤੇ ਕਾਰਜਪਾਲਿਕਾ ਵੀ ਇਸ ਤਰੀਕੇ ਨਾਲ ਕਾਨੂੰਨ ਨੂੰ ਲਾਗੂ ਕਰਦੀ ਹੈ ਕਿ ਜਨ ਕਲਿਆਣ ਦਾ ਉਦੇਸ਼ ਪੂਰਾ ਹੁੰਦਾ ਰਹੇ। ਲੋਕਤੰਤਰ ਦੇ ਇਹਨਾਂ ਗੁਣਾਂ ਦਾ ਅਧਿਐਨ ਕਰਨ ਤੋਂ ਬਾਅਦ, ਇਹਨਾਂ ਗੁਣਾਂ ਤੇ ਚਰਚਾ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਲੋਕਤੰਤਰ ਦੇ ਵਿੱਚ ਸਰਕਾਰ ਦਾ ਨਿਰਮਾਣ ਲੋਕਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਸ ਦਾ ਕਾਰਜਕਾਲ ਫਿਕਸ ਹੁੰਦਾ ਹੈ। ਇਹ 4 ਸਾਲ ਵੀ ਹੋ ਸਕਦਾ ਹੈ, 5 ਸਾਲ ਵੀ ਹੋ ਸਕਦਾ ਹੈ, 7 ਸਾਲ ਵੀ ਹੋ ਸਕਦਾ ਹੈ, ਜਿਸ ਤਰ੍ਹਾਂ ਵੀ ਸੰਵਿਧਾਨ ਦੁਆਰਾ ਨਿਸ਼ਚਿਤ ਕੀਤਾ ਗਿਆ ਹੋਵੇ। ਜਦੋਂ ਇਹ ਫਿਕਸਡ ਕਾਰਜਕਾਲ ਸਮਾਪਤ ਹੋ ਜਾਂਦਾ ਹੈ ਸਰਕਾਰ ਦਾ, ਉਸ ਤੋਂ ਪਹਿਲਾਂ ਹੀ ਨਵੀਂ ਸਰਕਾਰ ਦੀਆਂ ਚੋਣਾਂ ਕਰਵਾ ਲਈਆਂ ਜਾਂਦੀਆਂ ਹਨ ਅਤੇ ਨਵੀਂ ਸਰਕਾਰ ਦਾ ਗਠਨ ਕਰ ਲਿਆ ਜਾਂਦਾ ਹੈ। ਇਸ ਕਰਕੇ ਲੋਕਾਂ ਦੀਆਂ ਉਮੀਦਾਂ ਅਤੇ ਜ਼ਰੂਰਤਾਂ ਤੇ ਪੂਰਾ ਉਤਰਨਾ ਹਰੇਕ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ, ਕਿਉਂਕਿ ਸਰਕਾਰ ਜਾਣਦੀ ਹੈ ਕਿ ਅਗਲੀ ਵਾਰੀ ਫਿਰ ਅਸੀਂ
ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਲਈ ਇਹਨਾਂ ਲੋਕਾਂ ਕੋਲ ਹੀ ਜਾਣਾ ਹੈ ਤੇ ਅਗਲੀ ਵਾਰੀ ਸਾਨੂੰ ਮੌਕਾ ਤਾਂ ਮਿਲੇਗਾ ਜੇ ਅਸੀਂ ਇਸ ਵਾਰੀ ਇਹਨਾਂ ਦੀਆਂ ਉਮੀਦਾਂ ਤੇ ਪੂਰੇ ਉਤਰਾਂਗੇ। ਇਹਨਾਂ ਸਾਰੇ ਗੁਣਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਹੁਣ ਤੱਕ ਮਨੁੱਖਤਾ ਨੇ ਜਿੰਨੀਆਂ ਕਿਸਮਾਂ ਦੀਆਂ ਸਰਕਾਰਾਂ ਵੇਖੀਆਂ ਨੇ ਉਹਨਾਂ ਸਾਰੀਆਂ ਕਿਸਮਾਂ ਦੀਆਂ ਸਰਕਾਰਾਂ ਦੇ ਵਿੱਚ ਲੋਕਤੰਤਰ ਬਿਨਾਂ ਕਿਸੇ ਸ਼ੱਕ ਦੇ ਸਭ ਤੋਂ ਵਧੀਆ ਕਿਸਮ ਦੀ ਸਰਕਾਰ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।